फाहे काटे मिटे गवन, फतेह भई मन जीत। नानक गुर ते थित पाई, फिरन मिटे नित नीत। पौड़ी फफा फिरत फिरत तू आया, दुर्लभ दे कलयुग मैं पाया। फिर या अवसर चरे ना हाथा, नाम जपो तो कटिए फासा। फिर आवण जान ना होई, एक जपो जप सोई। करो कृपा प्रभ करण हारे, मेल लेहो नानक बेचारे। करो कृपा प्रभ करण हारे, मेल लेहो नानक बेचारे। वाहिगुरु जी का खालसा, वाहिगुरु जी की फतेह। जुगो जुग अटल चवर छत्र तख्त दे मालक हजूर सतगुरु धन धन साहिब श्री गुरु ग्रंथ साहिब महाराज जिन्हां दी असीम मुकद्दस गोद अंदर टलदी हुई शाम दे नाल सतगुरां दे पावन दरबार सजे हन ਅਤੇ सतगुरां दी पावन बाणी जिन्हों असीं रहरास साहिब दा पाठ आखदे हां, वो आप संगत जी ने सरवण कीता है। सतगुरां दी रहमत सदका रोज़ाना अरदास हुक्मनामा साहिब शब्द विचार तो पहला हुंदा है, आप जी ने सरवण कीता। ते लड़ीवार शब्द विचार दे विच अगलेरा सलोक अते पौड़ी जो सतगुर ने बख्शिश की है, इसकी विचार गुरु अर्जुन देव पातशाह आप कृपा करके आप ही करवा लैन। सवाओ जिन्हें क हाजरी ने हाजिर बैठे हो, मन बिरती नूं एकाग्र करते हुए गुरु शब्द नाल रसना पवित्र करिए। साहिब सतगुरु गुरु अर्जुन पातशाह जी कहते सलोक, फाहे काटे मिटे गवन, फतेह भई मन जीत। नानक गुर ते थित पाई, फिरन मिटे नित नीत। 52 अखरी दे विच इस 52 अखरां दे विचों अगला अखर है फफा। ते जिहड़ा फफा शब्द है गुरु पातशाह ने दे विच उपदेश किया है। फफा फाहे भी ने ते फफे ते फतेह भी हुंदी है। ते फफे ते ही फिरन हुंदा है, फफे ते ही फोरा हुंदा है, फफे ते ही फेरी हुंदी है। मतलब गुरु पातशाह ने कुछ इस तरह के शब्द वरते ने सलोक ते पौड़ी विच। जिहड़ा फेरा शब्द है जिन्हों असीं फिरन कहने आ, फिरना ਜਾਂ फिर दोबारा रिपीट जिन्हों असीं कहने बार बार, जिहड़ा है
ਇਹ ਫਿਰਨਾ ਗੁਰੂ ਪਾਤਸ਼ਾਹ ਨੇ ਸਾਨੂੰ ਸੌਖਾ ਜਿਹਾ ਸਮਝ ਆ ਜਾਏਗਾ। ਆਮ ਕਰਕੇ ਅਸੀਂ ਕਈ ਵਾਰੀ ਇਹ ਸਲੋਕ ਸੁਖਮਨੀ ਸਾਹਿਬ ਦਾ ਪੜ੍ਹਦੇ ਰਹਿੰਦੇ ਹਾਂ ਵੀ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਤ ਫਿਰਤ ਹੁੰਦਾ ਹੈ ਵੀ ਅਸੀਂ ਇੰਝ ਲੱਗਦਾ ਫਿਰਦੇ ਫਿਰਦੇ ਨੂੰ। ਜਿਹੜਾ ਫਿਰਨਾ ਹੈ ਅਸੀਂ ਸੋਚਦੇ ਹਾਂ ਵੀ ਸਰੀਰ ਕਰਕੇ ਹੈ। ਮੰਨ ਲਓ ਅਸੀਂ ਕੋਈ ਬਹੁਤੀ ਦੂਰੋਂ ਨਹੀਂ ਆਏ, ਗੁਰੂ ਦੇ ਘਰ ਤੱਕ ਪਹੁੰਚੇ ਸੀ ਬੜੀ ਦੂਰ, ਅਸੀਂ ਕਿਹਾ ਜੀ ਬੜੀ ਦੂਰੋਂ ਫਿਰ ਕੇ ਆਏ ਹਾਂ। ਅਸੀਂ ਫਿਰ ਕੇ ਕਿੱਥੋਂ ਆਏ ਹਾਂ? ਫਿਰਨਾ ਕਿਹੜਾ ਹੈ? ਸਾਰਾ ਦਿਨ ਬੰਦਾ ਘਰੇ ਬੈਠਾ ਰਿਹਾ, ਸ਼ਾਮ ਨੂੰ ਗੁਰੂ ਦੇ ਚਰਨਾਂ 'ਚ ਇਹ ਸ਼ਬਦ ਪੜ੍ਹੇ ਵੀ ਮੈਂ ਫਿਰ ਕੇ ਆਇਆ। ਅਸੀਂ ਪੜ੍ਹਦੇ ਨਾ ਕਈ ਵੀ, ਹਉ ਆਇਆ ਦੂਰੋਂ ਚੱਲ ਕੇ। ਬੰਦਾ ਕਹਿੰਦਾ ਮੈਂ ਬੜੀ ਦੂਰੋਂ ਆਇਆ। ਮੰਨ ਲਓ ਅਸੀਂ ਦਰਬਾਰ ਸਾਹਿਬ ਚਲੇ ਗਈਏ, ਉੱਥੇ ਪੰਕਤੀ ਪੜ੍ਹੀਏ, ਫਿਰ ਤਾਂ ਅਸੀਂ ਮੰਨ ਲਾਂਗੇ ਵੀ ਅਸੀਂ ਤਾਂ ਜੀ 200 ਕਿਲੋਮੀਟਰ ਦੂਰ ਤੋਂ ਆਏ ਹਾਂ। ਪਰ ਜੇ ਇਹ ਪੰਕਤੀ ਅਸੀਂ ਇੱਥੇ ਪੜ੍ਹਦੇ ਹਾਂ ਵੀ ਮੈਂ ਤਾਂ ਦੂਰੋਂ ਚੱਲ ਕੇ ਆ, ਫਿਰ ਕਿਵੇਂ ਹੋ ਜਾਏਗਾ? ਦੂਰੀ ਤਾਂ ਡਿਸਟੈਂਸ ਤਾਂ ਹੈ ਹੀ ਨਹੀਂ। ਫਿਰ ਇਹਦਾ ਮਤਲਬ ਇੱਥੇ ਕੁਝ ਹੋਰ ਹੈ ਦੂਰੀ। ਮੈਂ ਰਾਤ ਵੀ ਜ਼ਿਕਰ ਕਰ ਰਿਹਾ ਸੀ, ਗੁਰਬਾਣੀ ਨੂੰ ਹਮੇਸ਼ਾ ਫਿਜ਼ੀਕਲ ਜਿਹੜਾ ਬਾਡੀ ਦੇ ਤਲ 'ਤੇ ਨਹੀਂ ਜ਼ਿਆਦਾ ਬਚਣਾ ਚਾਹੀਦਾ ਵੀ ਹਰ ਚੀਜ਼ ਇੰਝ ਹੀ ਲੱਗਦਾ। ਜੇ ਫਿਰਨਾ ਹੈ ਤੇ ਇਹ ਫਿਰਨਾ ਸਾਡੇ ਵਾਲਾ ਹੀ ਹੈ, ਜੇ ਬੋਲਣਾ ਹੈ ਆਹੀ ਬੋਲਣਾ ਹੈ, ਜੇ ਸੁਣਨਾ ਹੈ ਤੇ ਇਹੀ ਕੰਨਾਂ ਵਾਲਾ ਸੁਣਨਾ ਹੈ, ਜੇ ਦੇਖਣਾ ਹੈ ਤੇ ਇਹਨਾਂ ਅੱਖਾਂ ਵਾਲਾ ਦੇਖਣਾ ਨਹੀਂ। ਕਿਉਂਕਿ ਬਹੁਤ ਥਾਂ 'ਤੇ ਗੁਰੂ ਪਾਤਸ਼ਾਹ ਸਾਡੇ ਮਨ ਨੂੰ ਸੰਬੋਧਨ ਕਰਦੇ ਨੇ। ਤੇ ਮੈਂ ਇਹਦੇ ਸ਼ਬਦ ਵਿੱਚ ਪਹਿਲੇ ਵਰਤਿਆ ਕਿ ਫਾਹੇ ਕਾਟੇ, ਤੇ ਸਾਡੇ ਗਲ 'ਚ ਕਿਹੜੀ ਫਾਹੀ ਪਈ ਹੋਈ ਆ ਜਿਹੜੀ ਕਟਾਉਣਾ ਹੈ ਅਸੀਂ ਗੁਰੂ ਕੋਲੇ? ਇਹ ਫਾਹੀ ਜੇ ਤਾਂ ਸਾਡੀ ਗਰਦਨ ਦੇ ਵਿੱਚ ਕੁਝ ਪਾਇਆ ਹੋਵੇ, ਅਸੀਂ ਉਹਨੂੰ ਕਹੀਏ ਵੀ ਇਹ ਤਾਂ ਫਾਹੀ ਪਈ ਹੋਈ ਹੈ ਗਲ 'ਤੇ। ਤੇ ਬੰਦਾ ਤਾਂ ਜੇ ਕੋਈ ਕੱਪੜਾ ਟਾਈਟ ਗਲ 'ਚ ਪਾ ਲੇ ਉਹ ਨਹੀਂ ਰੱਖਣ ਨੂੰ ਤਿਆਰ, ਫਾਹੀ ਕਿੱਥੇ ਪਾ ਲਏਗਾ? ਜਦੀ ਲਾ ਕੇ ਸੁੱਟ ਦਿੰਦੇ ਅਸੀਂ, ਮੇਰੇ ਗਲ ਫਾਇਆ ਪਾਇਆ। ਜੇ ਘਰ ਦਾ ਕੰਮ ਕਹਿ ਦਿਓ ਨਾ ਕੋਈ ਕਿਸੇ ਬੱਚੇ ਨੂੰ ਨਾ, ਜਾਂ ਘਰਾਂ 'ਚ ਅਕਸਰ ਗੱਲ ਹੁੰਦੀ ਰਹਿੰਦੀ ਹੈ ਵੀ ਇੱਕੋ ਹੀ ਕੰਮ ਜੇ ਇੱਕ ਦੇ ਹੱਥ 'ਚ ਹੋਵੇ, ਉਹ ਕਹਿੰਦੇ ਬਸ ਮੈਨੂੰ ਪਤਾ ਜੀ ਇਹ ਗਲ ਮੇਰੇ ਹੀ ਫਾਹਾ ਪਾਇਆ ਹੋਇਆ, ਮੈਂ ਹੀ ਕਰਨਾ। ਮਤਲਬ ਉਹ ਜੋ ਰਿਪੀਟ ਕਰਦਾ ਉਹ ਕਹਿੰਦਾ ਮੇਰੇ ਗਲ 'ਚ ਤਾਂ ਫਾਹੀ ਹੈ। ਪਰ ਇਹ ਫਾਹੀਆਂ ਸਰੀਰਕ ਤਲ 'ਤੇ ਅਸੀਂ ਬਹੁਤ ਵਾਰੀ ਕੱਢ ਸਕਦੇ ਹਾਂ। ਮਰਜ਼ੀ ਹੈ, ਅਸੀਂ ਕਹਿ ਦਿੰਦੇ ਜੀ ਮੈਨੂੰ ਕੋਈ ਫਾਹੀ ਪਾਈ ਹੈ ਵੀ ਮੈਂ ਹੀ ਕਰਨਾ, ਤੁਸੀਂ ਕਰ ਲਓ, ਤੇ ਜਵਾਬ ਦੇ ਸਕਦੇ ਹਾਂ। ਪਰ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸਾਈਕੋਲੋਜੀਕਲੀ ਤੌਰ 'ਤੇ ਜੇ ਅਸੀਂ ਸੋਚੀਏ, ਸਾਈਕੋ ਸਿਸਟਮ 'ਤੇ ਅਸੀਂ ਸੋਚੀਏ, ਮਾਨਸਿਕ ਤੌਰ 'ਤੇ ਅਸੀਂ ਜੇ ਸੋਚੀਏ, ਜਿਹੜੀ ਇਹ ਫਿਰ ਹੈ ਨਾ, ਇਹ ਫਾਹੀਆਂ ਨਹੀਂ ਟੁੱਟਦੀਆਂ। ਇਹ ਫਾਹੀਆਂ ਨਾ ਤਾਂ ਦਿਖਦੀਆਂ ਹੀ ਨੇ, ਤੇ ਜਿਹੜੀਆਂ ਅਸੀਂ ਕਹਿ ਦਈਏ ਵੀ ਲਓ ਜੀ ਦਿਖਦੀਆਂ ਨੇ ਤੋੜ ਦਈਏ, ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਵੇਂ ਨਹੀਂ ਹੈ। ਜਿਹੜਾ ਇਹ ਫਿਰਨਾ ਹੈ, ਇਹ ਫਾਹੀ ਹੈ, ਇਹ ਗਲ ਦੇ ਵਿੱਚ ਨਹੀਂ ਪਈ ਹੋਈ, ਇਹ ਸਾਡੇ ਮਨ ਦੇ ਵਿੱਚ ਪਈਆਂ ਹੋਈਆਂ ਫਾਹੀਆਂ ਨੇ। ਇਹਨੂੰ ਪਿੱਛੇ ਅਸੀਂ ਬੜੇ ਸ਼ਬਦ ਆਏ ਨੇ, ਉਹਨਾਂ 'ਚ ਵੀ ਜ਼ਿਕਰ ਕੀਤਾ। ਬੰਧਨ ਨੇ, ਬੰਧਨ ਪਏ ਨੇ, ਬੰਧਨ ਕਾਟੇ ਜਾ ਸਕੇ ਹੋਆ ਸਾਧੂ ਸੰਗ, ਪੜ੍ਹਿਆ ਸੀ ਨਾ ਪਿੱਛੇ, ਇੱਕ ਅੱਖਰ ਆਇਆ ਸੀ ਬੰਧਨ, ਫਾਹੀਆਂ। ਤੇ ਫਾਹੀ ਉਹ ਚੀਜ਼ ਬਣ ਜਾਂਦੀ ਹੈ ਜਿਹੜਾ ਸਾਡਾ ਮਨ ਜਿਹਨੂੰ ਐਕਸੈਪਟ ਕਰ ਲੈਂਦਾ, ਉਹ ਫਾਹੀ ਬਣ ਜਾਂਦੀ। ਹੁੰਦਾ ਫੁਰਨਾ ਹੀ ਹੈ, ਫੱਫੇ ਤੋਂ ਹੀ ਫੁਰਨਾ ਹੈ। ਫੁਰਨਾ ਉਹਨਾਂ ਚਿਰ ਫੁਰਨਾ ਹੀ ਆ ਜਿਹੜਾ ਫੁਰਨਾ ਅੰਦਰ ਨਾ ਸਮਾਵੇ, ਬਾਹਰ ਹੀ ਰਹੇ, ਫੁਰਨਾ ਹੀ ਆ। ਪਰ ਉਹ ਫੁਰਨਾ ਫਾਹੀ ਬਣ ਜਾਂਦਾ ਜਿਹੜਾ ਫੁਰਨਾ ਮਨ ਦੇ ਵਿੱਚ ਸਮਾ ਜਾਏ, ਫਾਹੀ ਬਣ ਜਾਂਦਾ। ਕਿਉਂਕਿ ਮਨ ਉਹਨੂੰ ਛੱਡ ਹੀ ਨਹੀਂ ਰਿਹਾ, ਪਕੜ ਲਿਆ, ਫਾਹੀ ਹੈ, ਗਲ ਪਏਗੀ ਫਾਹੀ, ਉਹ ਮਨ ਦੇ ਗਲ 'ਤੇ ਪਈ ਹੋਈ ਹੈ। ਹੁਣ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਫਾਹੇ ਕਾਟੇ ਮਿਟੇ ਗਵਨ। ਮੈਂ ਫਿਰ ਬੇਨਤੀ ਕਰਦਾ, ਜਿਵੇਂ ਫਿਰਨਾ ਫਾਹੀ, ਫਾਹੀ ਬੰਧਨ, ਜੰਜੀਰੀ ਗਲੀ ਤਿਨਾ ਜੰਜੀਰੀਆਂ,
जंजीरां भी आख्या है महाराज कहते जितड़े औगण ने ना ओने गली जंजीरियां। मतलब ਇੱਕੋ ਹੀ शब्द नूं कई रूप दे विच गुरु पातशाह ने बयान किया। ਇੱਕੋ ही रूप जिमें बंधन है वो भी मनता है, फाही है वो भी बंधन है, फाहे बैने ये भी है। तो गुरु पातशाह कहते वो कट्टे जाते हैं। तो अगला शब्द है गवन। गवन की हुंदा है? गवन करना, घूमना, गवन करना, फिरना, गवन करना, मुड़ मुड़ के, बार बार। ये शब्द गुरु ग्रंथ साहब सारे ने, मुड़ मुड़ के, बार बार। तो इस तरह फिरत शब्द होंदा है, फिरना, फेरे मारने, बार बार गेड़े मारने, वो है गवन। गवन कह लो, आवा गवन, आवा आना, गवन जाना, गवन कर गया जी, आवा हो गया, आ गए। तो गुरु पातशाह कहते इन्हां ते फतेह भई मन जीत। फतेह भई मन तो फतेह हो गए, ये चीज़ां परे हो गई तो मन जित गया। फतेह भई मन जीत। हुण मन किवें जितदा है? मन किवें जितदा है? मन तो फतेह किवें हुंदी है? जिहड़ी गल च फाही पई है। जे अज दी कंडीशन तुसीं देखो, असीं जे देख रहे हैं ना यूक्रेन दे अंदर हुण गल फाही है, तो अगे आने वाला अगे जा रहा, कहता मैं पिछे मुड़ांगा, ये तो हो ही नहीं सकता। अगे वाले ये गल कहते हैं भी असी भजना नहीं हैगा। हुण उहदे नाल की है? उहदे नाल की है? उहदे नाल स्थिति ये हो गई है कि जिहड़ा विचकार है ना वो हौं है, ईगो है। उस तो महाराज कहते मन दे उत्ते, मन दे उत्ते जिहड़ी साडे जिहड़े जिहड़े बंधन पै गया ना, फाही पै गई। जिवें ना एक होर शब्द सौखा जिहा वरत देना, वो आ कि गल पिया ढोल बजाउणा। हुण एक पासे तुसीं देख रहे होगे कि सारा संसार ये गल कह रहा भी बड़ा गलत हो रहा जी, बड़ा हो रहा। एक पासे उन्होंने सपोर्ट की जा रही है भी तो परवाह ना मनो, असीं तुहाडे नाल आ, जो तुहानूं हथियार चाहिए असीं दे रहे हैं, पैसा भेजा जा रहा है, सब कुछ हो रहा है। इसदा मतलब दो पक्ष है। देखो अपनी एक रंजिश है, चाहे कुछ भी इनू कह सकते हैं, पर जदों तुसी इस स्थिति में आ जाते हो ना, वो दो लहजे होंगे ने। एक तो यह सीगा भी छोटा जिहा कंट्री है यूक्रेन, जद कि उहदे विचों ही आया होया। ये भी सीगा भी लो जी ये किड्डी गल हुण निबेड़ दिंदे काम, पर यह तो कई बार भुलेखा ही हुंदा ना। ये भी सी। हुण वो ये देखो उहदे च वड्डी गल फतेह गल दे विच फाही की, वो कहता भी जे तो देखो तू गुलामी करनी आ, नाटो की गुलामी करनी है तो फिर तू मेरी कर ला, नहीं तेनू मेरे नाल तेरे नाल कोई मेरी प्रॉब्लम नहीं हैगी, तू आज़ाद है तो आज़ाद रहे, जो मर्जी कर। वो कहता नहीं मैं उन्होंने नाल रलना, कहता जे तू उन्होंने नाल रलना फिर तू मेरी गुलामी कर ला, उन्होंने क्यों करनी? आ वड्डी गल है। जे तू आज़ाद कला रहे तो जो मर्जी रहे। वो कहते जदों उन्होंने पता भी जे इन्हां नाल रलेगा ये पावर वधेगी, जे पावर वधेगी कल मेरे ते वधेगा। असल में तो गल ये है ना, गलफाई ने एक रस्ता दिता। छोटी जी मैं बेनती करदा हिस्टरी के पक्ष चो तुसीं देखो, जिहड़ी मेन गल हुंदी है ना वो ये है कोई 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 नुकता हुंदा उन्हें तोड़ना चाहता, बस इत्थे खत्म करना। ये मन जे भी मैं बाकी मैं कमज़ोर है तेरे अगे, वो एक नुकता मनाउणा बस। तुसीं हिस्टरी की गल करो, धन गुरु हरगोबिंद पातशाह महाराज के जीवन की गल मैं छोटी जी कर लग्या। असीं देखिया उन्होंने कहा भी नहीं, पहला तो कोई एडा वड्डा रौला ही नहीं सी। जदों साडा घर का इत्थे तक मफाद वह गया, गुरु अर्जुन पातशाह नूं तती तवी ते बिठा
भी इन्नी कि इन्हां नूं पनिशमेंट सज़ा दे दो भी आप ही कहण भी बस तौबा। इन्हां दा हौसला, इन्हां दी जिहड़ी इन्हां अंदरली जिहड़ी इन्हां दे जिहड़ी विल पावर है वो टुट जाएगी। बस वो सच दा पहरे वाली गल देने वाले तो गल ही खत्म हो जाएगी। वो उन्होंने सोचा भी ऐ हो जाए। होया कि गुरु अर्जन पातशाह जी ने तती तवी ते बैठिया भी कह दिता भी तेरा की है मीठा लगे। उस गुरु पातशाह के दिते हुए संदेश नूं सच दे दृढ़ करने वाले नूं वो तोड़ नहीं सके, हौसले नूं तोड़ नहीं सके। फिर होया कि हार हुई ना। फिर मेन तो यह सी भी जिहड़ा ये अकीदे की गल करते हैं, जिहड़े सच की आवाज़ बुलंद करते हैं, ये तोड़नी है। जिहड़ा बाबा नानक कहता सी भी तू दुनिया के उत्ते जो गलत करदा बाबर नूं, ये जिहड़ा काम सी ये सच ते झूठ का जिहड़ा पैगाम सी ये तोड़ना सी। भी ये कहता गल खत्म, गल ही कोई खास नहीं हैगी, पर वो नहीं रही। हुण ध्यान दिओ थोड़ा जिहा, गुरु अर्जन पातशाह की शहादत होंदी है। हुण ज्यों ही गुरु पातशाह छेवें पातशाह महाराज तख्त ते बहिंदे ने, इहनूं कहंदे ने लौंग टर्न, लंमी सोच, दूर दी अंदेसी। हुण गुरु पातशाह ने नाल बिल्कुल यू टर्न मारते हैं भी भाई घोड़सवार रखने ने। रीजन की असी ये गुरु हरगोबिंद पातशाह भी लड़ाइयाँ करने वास्ते तैयार करे फौज नो उन्होंने पैंतरे चेंज किए, मतलब उस हौसले में तोड़न वास्ते भी तती तवी ते बिठाए तो गल बनी नहीं। फिर ऐ करो इन्हों ही दबका मार दो, जंग करो तो जा चढ़ो, इन्हों के आप डर डुर के भज जाएंगे। ये दूजा पॉइंट सीगा। और अज तक उस हौसले नूं तोड़न वास्ते यतन किए गए, भावें मीर मनु दे किए गए, भावें अज भी किए जा रहे हैं। जिहड़े सिੱਖੀ सिद्धांत विच जिहड़ा वो सी ना भी मेरा अकीदा, मेरा विश्वास, मेरी शरधा, जिहड़ा कहंदा भी सिर जांदा जावे पर मेरी सिੱਖੀ ना जावे, वो जिहड़ी दृढ़ता सी ना वो अज भी कायम है, वो तोड़ नहीं सके। तुसीं थोड़ा नोट करो, यही सी। सैकंड उन्होंने ये किया भी लो जी हुण ये तो नहीं होए, फिर ऐ करो इन्हों भी इन्हां दे जिहड़ा है गुरु पातशाह नूं ग्वालियर के किले च कैद कर दो। कैद करांगे आप ही इन्हां दे हौसले टुट जाणगे, जेल दे विच ताड़ दो। हुण इन्हां तो कोई पनिशमेंट ना, जेल च ही रखो इन्हां नूं। होया कि समा गुजरिया, गुरु पातशाह अपनी कंडीशनां दे उपर, अपनी कंडीशनां के उपर आप ही इकल्ले बाहर नहीं आए तो नाल होर नूं भी ले। होया कि जित होई ना, फिर उन्हां दा काम फिर भी ना होया भी जिहड़ी असीं चाहुंदे वो तो गल ही नहीं होई। फिर मैं बेनती करा, हुण हथियार वध चलन, चाहे यूक्रेन तो चलन चाहे उधरों चलन, जिहड़ा मेन गल है वो तोड़ नहीं चाहुंदे ने एक दूजे नाल, बस वो पक्की गल नहीं चाहुंदे ने। कोई नुकता हुंदा ना विच जिहदे ते गल खड़ी हुंदी है। खैर फिर उन्होंने कहा भी जो सारिਆਂ ਨੂੰ आज़ाद करा के गुरु पातशाह आ गए, वो कहते भी ये तो साडी गल बनी ना। फिर हुण ऐ करो, फिर हुण नत जंग करो, हथियार लैके जा चढ़ो, कटाबड़ी करो, लोग आप डर डर जाने, दौड़ जाएंगे, गल खत्म हो जाएगी। एक मैं छोटे जिहा रंग बयान करदा, तो ये इन्होंने बनाया तो पहली जिहड़ी जंग होंदी अमृतसर की जंग, गुरु पातशाह छेवें पातशाह महाराज ने जो जिहड़ा असीं अकाल तख्त की सिरजना करते हैं तो लोहगढ़ का किला बनता है, ये जी सिरजना उदों फिर बनती सारी की सारी। तो उन्होंने ना की किया, तो पहली जंग दे विच गया भी नहीं ये तो गल जे नहीं मानते तो फिर एवं सही। तो होया कि उन्होंने मुर्तजा खान कह दिता, लाहौर का जिहड़ा गवर्नर है, असीं अज गवर्नर कहने उदों सूबेदार कहते सी, ये हो गए तो मुल्तान दे हो गए। इन्होंने कहा भी आप इकट्ठे होके इन्हों करते हैं। वो एक छोटे ਜਿਹੇ रंग बयान करदा मैं, जिहड़ी बंदे दे अंदर दिमाग दे विच हुंदी है भी ये तो गल ही कोई नहीं। हो जदों ना शाम का वक्त होया भी जंग की तैयारी हो गई, मुर्तजा खान ने जी भी तैयारी कर ली है, सब कुछ होया, तो वो जी घर वाली सी ना बेगम, वो कहती तुसीं कित्थे चले हो, कहते जंग लई। ओहो अज तुसीं अज जंग ते ना जाओ, क्यों लै अज तो मैं तुहाडे लई खास दावत रखी है शाम की, तुहाडे लई मैं बिरयानी बनानी आ, तुसीं शाम नूं दावत दे विच आयो। उन्होंने ऐसे भी अज दी समा टल जाएगा, कल तो देई गई गल मुक जाएगी। वो कहता नहीं नहीं कोई एड्डी वड्डी गल नहीं, आ जी मैं पॉइंट कह रहा। वो कहता कुछ ना अमृतसर दे विच कोई फकीर ने, वो थोड़ी बड़ी आवाज़ जी बुलंद करते हैं,
ਬਾਗੀ ਸੁਰ। ਤੇ ਇਹ ਤਾਂ ਮੈਂ ਹੁਣ ਜਾ ਕੇ ਨਿਬੇੜੇ ਹੋਣੀ ਗੱਲ, ਆ ਕੇ ਮੈਂ ਬਿਰਿਆਨੀ ਖਾ ਲੈਣੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਆਹ ਦਿਮਾਗ ਹੁੰਦਾ ਏ। ਉਹਨਾਂ ਨੂੰ ਤਾਂ ਇਹ ਲੱਗਦਾ ਸੀ ਵੀ ਇਹ ਤਾਂ ਫਕੀਰ ਨੇ, ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਨੇ, ਇਹਨਾਂ ਨੇ ਕਿਹੜਾ ਕੋਈ ਵੱਡੀ ਗੱਲ ਕਰਨੀ, ਮੈਂ ਜਾਵਾਂਗਾ ਜਾ ਕੇ ਇਹਦੇ 'ਤੇ ਅਟੈਕ ਕਰਕੇ ਅੰਮ੍ਰਿਤਸਰ 'ਤੇ ਸਾਰਾ ਕੁਝ ਫਨਾਹ ਕਰਕੇ ਹੁਣ ਆ ਜਾਣਾ। ਉਹ ਕਹਿੰਦਾ ਤੂੰ ਆਪਣੀ ਤਿਆਰ ਰੱਖ, ਤੇਰੀ ਦਾਵਤ ਮੈਂ ਆ ਕੇ ਖਾਵਾਂਗਾ। ਇਹ ਮੁਰਤਜ਼ਾ ਖਾਨ ਨੂੰ ਭੁਲੇਖਾ, ਬਸ ਆਈ ਅੱਜ ਦੀ ਸਥਿਤੀ ਹੈ। ਹੋਰ ਕੀ ਕੰਡੀਸ਼ਨ ਹੈ। 7-8 ਦਿਨ ਹੋ ਗਏ ਲਗਾਤਾਰ ਜਿਹੜੀ ਰੂਸ ਦੁਨੀਆ ਦੀ ਏਡੀ ਵੱਡੀ ਪਾਵਰ ਹੈ। ਖੈਰ ਉਹ ਜਦੋਂ ਗੁਰੂ ਪਾਤਸ਼ਾਹ ਨੂੰ ਉਹ ਇਹ ਗੱਲ ਕਹਿੰਦੇ ਨੇ, ਮੈਂ ਇਹੀ ਗੱਲ ਕਹਿੰਦਾ ਵੀ ਭੁਲੇਖਾ ਹੀ ਸੀ। ਉਹ ਕਹਿੰਦਾ ਵੀ ਲੈ ਗੱਲ ਹੀ ਕੋਈ ਨਹੀਂ, ਜੰਗ ਲੈ ਕੇ ਜੰਗ ਦੇ ਮੈਦਾਨ ਦੇ ਵਿੱਚ ਆ ਗਏ ਸਾਰੇ। ਹੁਣ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ, ਸੂਈਆਂ ਨੇ ਦੱਸ ਦਿੱਤਾ, ਮਹਾਰਾਜ ਜਿਹੜਾ ਚੜ੍ਹ ਕੇ ਆ ਗਿਆ ਲਾਹੌਰ ਦਾ। ਉਹ ਕਹਿੰਦੇ ਗੱਲ ਹੀ ਕੋਈ ਨਹੀਂ। ਹੁਣ ਤੁਸੀਂ ਦੇਖੋ ਵੀ ਗੁਰੂ ਪਾਤਸ਼ਾਹ ਉਹ ਕਹਿੰਦੇ ਅੰਮ੍ਰਿਤਸਰ ਛੱਡੋ, ਜੰਗ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਣੀ ਚਾਹੀਦੀ, ਬਾਹਰ ਹੋਣੀ ਚਾਹੀਦੀ ਹੈ। ਅੱਜ ਦੀ ਕੰਡੀਸ਼ਨ ਕੀ ਆ, ਜਿਹੜੀ ਸਭ ਤੋਂ ਦੁਨੀਆ ਦੇ ਵਰਲਡ ਦੀ ਨਜ਼ਰ ਦੇ ਵਿੱਚ ਆ, ਉਹ ਕੀ, ਰੂਸ ਨੇ ਜਿੱਥੇ ਪਬਲਿਕ ਰਹਿ ਰਹੀ ਆ ਉਹਦੇ 'ਤੇ ਅਟੈਕ ਹੋ ਰਿਹਾ। ਔਰ ਸਾਨੂੰ ਪਤਾ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ, ਆਨਸਰ ਦੇਣਾ ਪਏਗਾ, ਕਿਉਂਕਿ ਜੰਗ ਦਾ ਰੂਲ ਹੈ। ਫਸਟਲੀ ਇਹ ਰੂਲ ਹੁੰਦਾ ਹੈ, ਜੰਗ ਦਾ ਮੈਦਾਨ ਨਿਸ਼ਚਿਤ ਕੀਤਾ ਜਾਂਦਾ ਹੈ। ਅਤੇ ਤੁਸੀਂ ਹੁਣ ਜਿਹੜੇ ਅਟੈਕ ਹੋ ਰਹੇ ਨੇ ਸਿੱਧਾ ਪਬਲਿਕ ਜਿੱਥੇ ਰਹਿ ਰਹੀ ਹੈ ਉਹਨਾਂ 'ਤੇ ਹੋ ਰਹੇ ਨੇ। ਕਿਤੇ ਵੀ ਜੰਗ ਦਾ ਮੈਦਾਨ ਚੁਣਿਆ ਜਾਂਦਾ, ਲੋਕ ਉੱਥੋਂ ਵਿਹਲੇ ਕਰਾਏ ਜਾਂਦੇ ਨੇ, ਫਿਰ ਜੰਗ ਹੁੰਦੀ ਹੈ। ਜੰਗ ਫੌਜਾਂ ਨਾਲ ਹੁੰਦੀ ਹੈ ਨਾ। ਇਹਦਾ ਆਉਣ ਵਾਲੇ ਟਾਈਮ ਤੁਸੀਂ ਦੇਖਿਓ ਇਹ ਹੋਏਗਾ। ਖੈਰ ਉਹ ਜਦੋਂ ਗੁਰੂ ਪਾਤਸ਼ਾਹ ਨੇ ਕਿਹਾ, ਗੁਰੂ ਪਾਤਸ਼ਾਹ ਕਹਿੰਦੇ ਵੀ ਐਂ ਕਰੋ, ਚਾਹੋ ਸਾਰੀ ਆਪਣੀ ਜਿੰਨੇ ਘੋੜ ਸਵਾਰ ਫੌਜ ਲੈ ਕੇ ਕਿੱਥੇ ਚਲੇ ਗਏ, ਅੰਮ੍ਰਿਤਸਰ ਤੋਂ ਬਾਹਰ। ਪਹਿਲੀ ਜੰਗ ਜਿਹੜੀ ਹੋਣੀ ਹੈ, ਉੱਧਰੋਂ ਲਾਹੌਰ ਦੀ ਫੌਜ ਆ ਗਈ, ਇੱਧਰੋਂ ਇਹ ਆ ਗਈ, ਸਾਹਮਣੇ ਆਮੋ ਸਾਹਮਣੇ ਹੋ ਗਏ। ਅਤੇ ਜਿਉਂ ਹੀ ਗੁਰੂ ਪਾਤਸ਼ਾਹ ਇਹ ਹੁੰਦੇ ਨੇ ਅਤੇ ਹਜੇ ਜੰਗ ਦੇ ਮੈਦਾਨ 'ਚ ਖੜ੍ਹੇ ਨੇ, ਅਤੇ ਉਹ ਜਿੱਧਰ ਗੁਰੂ ਪਾਤਸ਼ਾਹ ਖੜ੍ਹੇ ਸੀ ਉੱਧਰੋਂ ਇੱਕ ਬੰਦਾ ਦੌੜਦਾ ਹੈ। ਇਹ ਵੀ ਹਿਸਟਰੀ ਦਾ ਇੱਕ ਰੰਗ ਹੈ। ਉਹ ਦੌੜਿਆ ਜਾਂਦਾ, ਉਹਦੇ ਹੱਥ ਵਿੱਚ ਬੜਾ ਸਾਰਾ ਬਾਂਸ ਫੜਿਆ ਹੋਇਆ, ਬਾਂਸ ਦੇ ਉੱਪਰ ਵਾਈਟ ਕੱਪੜਾ ਚੜਾਇਆ। ਵਾਈਟ ਨੂੰ ਤੁਸੀਂ ਮੰਨਦੇ ਹੋ ਨਾ, ਜਿਵੇਂ ਕਹਿੰਦੇ ਆ ਜਿਵੇਂ ਬਲੈਕ ਵਿਰੋਧਤਾ ਦਾ ਪ੍ਰਤੀਕ ਹੈ, ਇਹ ਸ਼ਾਂਤੀ ਦਾ ਪ੍ਰਤੀਕ ਹੈ ਵੀ ਜੰਗ ਨਹੀਂ ਹੋਣੀ ਚਾਹੀਦੀ। ਉਹ ਦੌੜਿਆ ਜਾ ਰਿਹਾ ਅਤੇ ਗੁਰੂ ਪਾਤਸ਼ਾਹ ਨੇ ਦੇਖਿਆ ਵੀ ਆਹ ਸਾਡੇ ਵਾਲੇ ਪਾਸਿਓਂ ਇੱਧਰ ਕਿਉਂ ਦੌੜਿਆ ਜਾਂਦਾ ਹੈ, ਕੌਣ ਹੈ? ਅਤੇ ਬਾਬਾ ਬਿਧੀ ਚੰਦ ਜੀ ਸਾਈਡ 'ਤੇ ਖੜ੍ਹੇ ਸੀ। ਗੁਰੂ ਪਾਤਸ਼ਾਹ ਨੇ ਤੱਕਿਆ ਅਤੇ ਉਹ ਇਸ਼ਾਰਾ ਸਮਝ ਗਏ। ਅਤੇ ਬਾਬਾ ਬਿਧੀ ਚੰਦ ਜੀ ਬੜੇ ਤਕੜੇ ਯੋਧੇ ਸਨ। ਤਾਂ ਉਹਨੇ ਮਾਰੀ ਘੋੜੇ ਨੂੰ ਅੱਡੀ, ਅਤੇ ਜਾ ਕੇ ਉਹਨੂੰ ਸਮੇਤ ਬਾਂਸ ਦੀ ਉਹਨੂੰ ਚੱਕ ਲਿਆ ਅਤੇ ਲਿਆਂਦਾ। ਅਤੇ ਗੁਰੂ ਪਾਤਸ਼ਾਹ ਕੋਲੇ, ਮਹਾਰਾਜ ਕੋਲੇ ਜਦੋਂ ਉਹਨੂੰ ਉਤਾਰਿਆ ਘੋੜੇ ਤੋਂ, ਉਹਨੂੰ ਐ ਪਕੜ ਕੇ, ਅਤੇ ਉਹ ਜੋ ਰੌਲਾ ਪਾ ਰਿਹਾ ਸੀ, ਮੈਂ ਜੰਗ ਨਹੀਂ ਚਾਹੁੰਦਾ, ਮੈਂ ਜੰਗ ਨਹੀਂ ਚਾਹੁੰਦਾ, ਜੰਗ ਨਹੀਂ ਹੋਣੀ ਚਾਹੀਦੀ, ਇਹ ਸ਼ਾਂਤੀ ਹੋਣੀ ਚਾਹੀਦੀ ਹੈ, ਸਭ ਕੁਛ ਹੋਣਾ ਚਾਹੀਦਾ। ਅਤੇ ਗੁਰੂ ਪਾਤਸ਼ਾਹ ਹੱਸ ਪਏ, ਕਹਿੰਦੇ ਅਸੀਂ ਕਿਹੜਾ ਜੰਗ ਚਾਹੁੰਦੇ ਹਾਂ? ਜੇ ਤੂੰ ਜੰਗ ਨਹੀਂ ਚਾਹੁੰਦਾ ਵੀ ਅਸੀਂ ਕਿਹੜਾ ਜੰਗ ਚਾਹੁੰਦੇ, ਪਰ ਹੈ ਕੌਣ ਹੈ ਇਹ ਬੰਦਾ? ਸਿੱਖ ਹੈ ਕੌਣ ਹੈ? ਖੈਰ ਉਹ ਜਿਹੜਾ ਉਹਦੇ ਹੱਥ 'ਚ ਫੜਿਆ ਹੋਇਆ ਸੀ ਨਾ ਬਾਂਸ, ਅਤੇ ਬਾਬਾ ਬਿਧੀ ਚੰਦ ਜੀ ਨੂੰ ਉਹਦੇ 'ਤੇ ਡਾਊਟ ਹੋਇਆ ਅਤੇ ਉਹਨਾਂ ਨੇ ਪਕੜ ਲਿਆ ਉੱਥੋਂ। ਉਹਦਾ ਬਾਂਸ ਦਾ ਕੱਪੜਾ ਉਤਾਰਦੇ ਨੇ, ਜਿਹੜਾ ਉੱਪਰ ਪਾਇਆ ਹੋਇਆ ਸੀ ਵਾਈਟ ਕਲਰ ਦਾ, ਜਿਸ ਤੋਂ ਪਤਾ ਲੱਗਦਾ ਵੀ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ। ਉਹ ਬਾਂਸ ਦੇ ਜਿਹੜਾ ਪਕੜਿਆ ਹੋਇਆ ਸੀ ਨਾ, ਉਹ ਬਾਂਸ ਦੇ ਵਿੱਚ ਇੱਕ ਪੂਰੀ ਤਰੇੜ ਆਈ ਸੀ, ਜਿਵੇਂ ਕਹਿੰਦੇ ਆਪਾਂ ਕਹਿੰਦੇ ਫਟਿਆ ਹੋਇਆ ਸੀ। ਅਤੇ ਬਾਬਾ ਬਿਧੀ ਚੰਦ ਨੇ ਪਾੜਿਆ ਅਤੇ ਉਹ ਹੱਥ ਪਾਏ ਅਤੇ ਬਾਂਸ ਨੂੰ ਪਾੜ ਦਿੱਤਾ। ਅਤੇ ਜਿਉਂ ਬਾਂਸ ਨੂੰ ਪਾੜਦੇ ਨੇ ਉਹਦੇ ਵਿੱਚੋਂ ਇੱਕ ਹੋਰ ਕੱਪੜਾ ਨਿਕਲਿਆ। ਜੇ ਕੱਪੜਾ ਨਿਕਲਿਆ ਉਹਦੇ 'ਤੇ ਕੀ ਲਿਖਿਆ ਹੋਇਆ, ਉਹਦੇ 'ਤੇ ਜਿਹੜਾ ਉਹ ਨਕਸ਼ਾ ਬਣਾ ਕੇ ਨਾ, ਉੱਥੇ ਜਿੱਥੇ ਗੁਰੂ ਪਾਤਸ਼ਾਹ ਨੇ ਮੋਰਚੇ ਬਣਾਏ ਸੀ, ਉਹ ਸਾਈਨ ਸੀਗੇ। ਉਹ ਪੂਰੀ ਦੀ ਪੂਰੀ ਇਨਫੋਰਮੇਸ਼ਨ ਦੇਣ ਜਾ ਰਿਹਾ ਸੀ ਬੰਦਾ। ਗੁਰੂ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਆ ਦੇਖੋ, ਇੱਕ ਜਿਨ੍ਹਾਂ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ, ਜਿਨ੍ਹਾਂ ਵਾਸਤੇ ਤੁਸੀਂ ਅੰਮ੍ਰਿਤਸਰ ਛੱਡ ਕੇ ਇੱਥੇ ਬੈਠੇ ਹੋ, ਅਤੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਆਹ ਕੁਝ। ਮਹਾਰਾਜ ਕਹਿੰਦੇ, ਮੈਂ ਜਿਹੜੀ ਬੇਨਤੀ ਕਰਨ ਲੱਗਿਆ ਆਹ ਹੈ। ਮਹਾਰਾਜ ਕਹਿੰਦੇ, ਭਾਈ ਇਹ ਸੰਸਾਰ ਹੈ, ਇੱਥੇ ਹਰ ਤਰ੍ਹਾਂ ਦਾ ਬਦੀ ਵਾਲੇ ਮਾੜੇ ਵਾਲੇ ਸਭ ਪਾਸੇ ਵਾਲੇ ਹੋਣਗੇ, ਇਹ ਮੁੱਕਣੇ ਨਹੀਂ ਹੈਗੇ। ਤੂੰ ਗੁਰੂ ਪਾਤਸ਼ਾਹ ਦੇ ਮਨ ਨਾਲ ਆਪਣੇ ਆਪ ਨੂੰ ਕਿਵੇਂ ਬਿਲਡ ਕਰਦਾ ਹੈ, ਤੂੰ ਗੁਰੂ ਦੀ ਸੋਚ ਨਾਲ ਕਿਵੇਂ ਜੁੜ ਸਕਦਾ ਹੈ। ਸਾਨੂੰ ਇਹ ਨਹੀਂ ਕਿਹਾ ਵੀ ਜੇ ਤੁਹਾਡੇ 'ਤੇ ਦੁੱਖ, ਅੱਜ ਦੇਖੋ ਜੀ ਬੜਾ ਲੋਕਾਂ ਬੜਾ ਕੰਮ ਮਾੜਾ ਜੀ, ਬੜਾ ਕੰਮ ਮਾੜਾ, ਤੁਸੀਂ ਕਿਵੇਂ ਕਹਿ ਸਕਦੇ ਹੋ? ਤੁਸੀਂ ਮਾੜਾ ਕਿਵੇਂ ਕਹਿ ਸਕਦੇ ਹੋ? ਨਹੀਂ ਕਹਿ ਸਕਦੇ। ਗੁਰੂ ਨਾਨਕ ਸਾਹਿਬ ਨੂੰ ਪੁੱਛਦੇ, ਅਸੀਂ ਰੋਜ਼ ਪੜ੍ਹਦੇ ਹਾਂ ਨਾ ਕਿ ਆਖਣ ਜੋਰ ਚੁੱਪਣ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਜੁਗਤੀ ਛੁੱਟ ਵਿਸਾਰ, ਜਿਸ ਆਪ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ, ਨਾ ਉੱਤਮ ਹੈ ਕੋਈ, ਨਾ ਨੀਚ ਹੈ ਕੋਈ। ਇਹਦੇ ਤੋਂ ਮਤਲਬ ਤੁਸੀਂ ਇਹ ਕੀ ਇਸ ਚੀਜ਼ ਦਾ ਕਿਵੇਂ ਡਿਸੀਜ਼ਨ ਲੈ ਸਕਦੇ ਹੋ ਵੀ ਇਹ ਮਾੜੇ ਨੇ ਜੀ? ਅਸੀਂ ਹੀ ਕਹਿ ਰਹੇ ਨਾ,
देखो जे मैं अपनी लैंग्वेज हुणी गल करके ना, देखो रूस माड़ा जी, यूक्रेन माड़ा, बाबा कहता नहीं, सब ਉਹਦੀ कुदरत खेड रही है, जो तुद भावै साई भले, सब ਉਹਦੀ रजा च हो रहा। महाराज कहते हुक्म अंदर सब कुछ हो रहा, हुक्म दे विच रजा च हो रहा है। हुण जे कंडीशन भी है तो तू अंदरों, तेरे अंदर वेदना होनी चाहिए, दुख होना चाहिए। तो चेता रखी जब दुख आवे, दुख नूं दुखी नहीं होना चाहिए। दुख नूं की कहना, दुख दारू, की कहना, दुख दारू, ये कंडीशन है अंदरली। जो नर दुख मैं दुख नहीं मानना। फिर जे असी इस लहजे च हैगे हाँ, इसका मतलब गुरु पातशाह सानू एक खास बनत बना के दिंदे ने। आ पढ़ते ने सी, ताती वाव न लगी पार ब्रह्म सुनाई, चुगिरद हमारे राम कर भुख लगे न पई, सतगुर पूरा भेटिया जिन उस बनत। किहड़ी बनत? आ बनत है। गुरु सानू कोई खास एक बनत बना के दिंदा, एवें जीवना सिख। ये बनत चा, ये गुरु की बनत तो जब तू आउट चले जाना, बाहर चले जाना, फिर आपकी मर्जी करदा है। बनत नूं जीवन वास्ते बनत है। सपोज करो बड़ा दुख की गल है जी, बड़े दुख की गल है, तुसीं दुखी हो जाओ। तुसीं देखो जिस बच्चे की 11 साल की उम्र है, पिता नूं तती तवी ते शहीद कर दिता, उन्होंने दुख नहीं होया होना? वो कहता नो, नाल ही चेंज की हो रहा। हुण दूर अंदेसी आ, इन्होंने आ फार्मूला अप्लाई कर लिया, हुण अगला करनगे, उहदे लई तैयार हो जाओ, घोड़सवार रखो, पाओ मीरी पीरी दी किरपान। ये सिद्धांत इवें आउंदा। इस वास्ते थोड़ी अज भी कहते जी ये की लोड़ है जी मीरी पीरी दी, इस वास्ते नहीं हैगा। उहनूं फ्यूचर लई सोचना हुंदा है। अगर असीं मीरी दे पांधी बनदे आ, राजनीति कहंदे जी सिੱਖੀ च राजनीति नहीं चाहिए, पर ਉਹਦੀ दूर अंदेसी की आ, क्यों चाहिए है, किस लिए चाहिए है, किहड़े सिस्टम लिए चाहिए है? मतलब दूर अंदेसी असीं एवें थोड़ी आ, राज करन लई थोड़ी गुरु ने 14 जंगां लड़ीਆਂ सी। 14 जंगा तुसीं सपोज करो, साढ़े तो 40 ने 10 लाख की बस करा के रखी है। मानते हो इतिहास है, 1.25 लाख से 10 लाख। तो जे इन्नी जी अज इन्ना इन्ना जिन्ना असला पिया है, तो 40 कोले होंदा तो फनाह ना कर देंदे। सपोज करो, ਇਹਦਾ मतलब की है? ਇਹਦਾ मतलब ये नहीं, गुरु पातशाह ने सानू इस करके नहीं, साडा तो विरोध तो इस गल नाल सी भी जबर है तो जाबर है, रौंग है, हनेरा है, अज्ञानता है, खोटी मत है, ये विरोध था साडी दा। ये है गुरु पातशाह ने सानू जिहड़ी आज़ादी का मतलब की, आज़ादी कोई एवें नहीं, आज़ादी का मतलब असी मन करके गुलामी नहीं मनते किसी चीज़ में। बंदा मन करके गुलाम है विकारां दा, काम दा, क्रोध दा, लोभ दा, ईरखा दा, निंदिया दा, चुगली दा, ये इन्हां दा गुलाम है। गुलाम पिछे जी मैं जिक्र किया, गोले इसे दे गोले बने हुए हाँ। बनना की दे गोले सी? तुमरी शरण तुम्हारी आसा, तुम ही सजन राखो राखण हार दयाला, नानक घर के। अच्छा गुरुद्वारे के गोले एक भी नहीं बनन। मैं उस दिन भी बेनती की, असीं किते बनन तैयार है, गोला किवें बनो गोला? ये आपदे मन का गोला बनना, अपने फैसलियां का गोला बनना, अपने डिसीजन का गोला बनना। तू किहदा गोला है? तू वासना का गोला है। तू किहदा गोला? तू क्रोध का गोला है। जो जी करता क्रोध तेरे ते आ चढ़दा। आपां यही कहने आ, देखो ध्यान देखो, जो शब्दां नूं लो जी तो बड़ा क्रोध चढ़िया होया। चढ़न का मतलब चढ़ाई करी है, जिवें हुण रूस चढ़िया होया, एवें चढ़दा है। ये साडे अंदर दी है, इहनूं कहंदे ने गवन, इहनूं कहंदे ने फाइयां। जद तक ये साडे जिहड़े मन दे विच हंकार दा, ईगो दा, लोभ दा ये चढ़िया हुंदा, ये फाही गल पई है, ये कट्टी नहीं जाती। फतेह किवें होएगी? फतेह तो हो ही नहीं सकती। इस मन दे विच रोज़ जंग हुंदा, रोज़ युद्ध हुंदा। गुरु पातशाह कहंदे फाहे काटे मिटे गवन, फतेह भई मन जीत। मन जित गया, मन जीता है, ऐ है मन नूं जितना है। इस स्टेज ते फाहे कटने ने, ये फाहा गा गल च, ईगो दा, हंकार दा, लोभ दा, निंदिया दा, ये फाहे पे हुए ने, इन्हां तो कटना। हुण गुरु पातशाह कहंदे फतेह भई मन जीत, जदों कटे जांदे फतेह हो गया। फतेह मतलब हो गया आज़ाद हो गया, फतेह हो गई, आज़ादी हो गई। इवें कहने ना, लो जी देश आज़ाद हो गया। की सी पहला? पहला की सी? गुलाम। काहतों आज़ाद हो गया? फतेह हो गई ना, असीं आज़ाद।
ਹੁਣ ਮਨ ਕਾਹਦਾ ਗੁਲਾਮ ਸੀ? ਮਨ ਵਿਕਾਰਾਂ ਦਾ। ਇਹਦੇ 'ਤੇ ਫਾਈ ਪਈ ਹੋਈ ਸੀ ਗਲ 'ਚ, ਗਲ 'ਚ ਫਾਈਆਂ ਪਈਆਂ ਹੋਈਆਂ, ਜੰਜੀਰਾਂ ਕੱਟਤੀਆਂ। ਉਹ ਜਦੋਂ ਕੱਟੀਆਂ ਕੀ ਹੋ ਗਏ? ਫਤਿਹ ਹੋ ਗਈ। ਕਾਹਦੀ? ਮਨ ਜਿੱਤ ਗਿਆ। ਇਹਦਾ ਮਤਲਬ ਮਨ ਹਜੇ ਗੁਲਾਮ ਹੈ, ਮਨ ਜਿੱਤਿਆ ਨਹੀਂ ਅਜੇ। ਤੇ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਗੁਰ ਤੇ ਥਿਤ ਪਾਈ। ਕਿਵੇਂ ਜਿੱਤ ਪਈ? ਗੁਰੂ ਨੇ ਮੈਨੂੰ ਸਥਿਤ ਸਟੇਬਲ ਕਰ ਦਿੱਤਾ। ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਫਿਰਨ ਭਟੇ ਨਿਤ ਨੀਤ। ਜਿਹੜਾ ਮੇਰਾ ਨਿਤ ਮਨ ਇੱਧਰ ਦੌੜਦਾ ਸੀ, ਇੱਧਰ ਦੌੜਦਾ ਸੀ, ਇੱਧਰ, ਇਹ ਕੀ ਹੋ ਗਿਆ? ਉਹ ਸਥਿਤ ਹੋ ਗਿਆ, ਟਿਕ ਗਿਆ ਮਨ। ਮਨ ਦੀ ਸਥਿਰਤਾ ਹੈ। ਫੁਰਨਿਆਂ ਤੋਂ ਹੀ ਮਨ ਦੀ ਸਥਿਰਤਾ। ਫੁਰਨੇ ਹੀ ਉੱਡਦੇ ਨੇ, ਹੋਰ ਕੀ ਹੁੰਦਾ? ਫੁਰਨੇ ਤੋਂ ਹੀ ਫਾਈ ਬਣਦਾ ਗਾ। ਜਿਸ ਫੁਰਨੇ ਨੂੰ ਤੁਸੀਂ ਛੱਡ ਦਿੱਤਾ, 1 ਸੈਕਿੰਡ 'ਚ ਫੁਰਨਾ ਆਇਆ, ਛੱਡ ਦਿੱਤਾ, ਗੱਲ ਖਤਮ ਹੋ ਗਈ। ਪਰ ਜੇ ਇਹੀ ਫੁਰਨਾ ਰੋਜ਼ ਰੋਜ਼ ਆਉਣ ਲੱਗ ਗਿਆ, ਨਿਤ ਆਉਣ ਲੱਗ ਗਿਆ, ਬਾਰ ਆਉਣ ਲੱਗ ਗਿਆ, ਇਹ ਫਾਈ ਬਣ ਜਾਂਦਾ। ਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਫਿਰ ਮਿਟ ਜਾਂਦਾ ਨਿਤ ਦਾ, ਤੇ ਗਵਨ ਇਹ ਮਿਟ ਕੇ ਕੀ ਹੋ ਜਾ? ਆਜ਼ਾਦ ਹੋ ਜਾਂਦਾ। ਹੁਣ ਇਹ ਸ਼ਲੋਕ ਸੀਗਾ, ਆਓ ਪੌੜੀ। ਕਹਿੰਦੇ ਫਫਾ ਫਿਰਤ ਫਿਰਤ ਤੂੰ ਆਇਆ। ਆਹ ਹੈ ਅਸੀਂ ਫਿਰਦੇ ਫਿਰਦੇ ਆਏ ਹਾਂ, ਫਿਰਦੇ ਫਿਰਦੇ, ਫਿਰਤ ਫਿਰਤ ਪ੍ਰਭ ਆਇਆ। ਕਿੱਥੋਂ ਆਏ ਆ? ਇਹ ਜਵਾਬ ਨਹੀਂ। ਕਿੱਥੋਂ ਫਿਰ ਕੇ ਆਏ ਆ ਜੀ? ਮੈਂ ਸਾਰੀ ਦਿਹਾੜੀ ਫਿਰ ਕੇ ਆਇਆ। ਆਪਾਂ ਕਹਿੰਦੇ ਜਿਵੇਂ ਨਾ ਕੋਈ ਬੱਚਾ ਘਰੇ ਨਾ ਬੜੇ, ਸਾਰੀ ਦਿਹਾੜੀ ਸਵੇਰ ਤੋਂ ਨਿਕਲਿਆ, ਸ਼ਾਮ ਨੂੰ ਘਰੇ ਆ ਜਾਏ ਤੇ ਮਾਂ ਕਹੇ ਕਿੱਥੋਂ ਫਿਰ ਕੇ ਆਇਆ? ਹੁਣ ਤਾਂ ਸੌਖਾ ਸ਼ਬਦ ਆ, ਧੱਕੇ ਹੀ ਕਹਿੰਦੇ, ਕਿੱਥੋਂ ਧੱਕੇ ਖਾ ਕੇ ਆਇਆ? ਸਵੇਰ ਦਾ ਘਰੇ ਨਹੀਂ। ਫਿਰ ਕੇ ਕਿੱਥੋਂ ਆਏ ਆ? ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾਈ। ਹੁਣ ਮੈਂ ਤੇਰੀ ਸ਼ਰਨ 'ਚ ਆ ਗਿਆ। ਮੈਂ ਵਾਰ ਫਿਰ ਕੇ ਗੇੜੇ ਕੱਢ ਕੇ ਥੱਕ ਗਿਆ। ਇਹ ਹੈ ਫਿਰਤ ਫਿਰਤ ਤੂੰ ਆਇਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਇਹਨੂੰ ਦੂਜਾ ਸ਼ਬਦ ਇਹ ਵਰਤਿਆ ਸੀਗਾ। ਉਹ ਇਹ ਸੀਗਾ, ਬਾਬਾ ਜੀ ਕਹਿੰਦੇ ਹਉ ਆਇਆ ਦੂਰੋਂ ਚੱਲ ਕੇ। ਦੂਰੋਂ ਕਿੱਥੋਂ ਆਏ ਆਪਾਂ? ਇਹ ਦੂਰੋਂ, ਬੜੀ ਦੂਰੋਂ ਆਏ ਹੋਏ ਆ। ਹਵਾਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ। ਅਸੀਂ ਤਾਂ ਕਹਿੰਦੇ ਵੀ ਮੈਂ ਜੀ ਬੜੀ ਦੂਰੋਂ ਆਇਆ ਚੱਲ ਕੇ। ਕੋਈ ਕਹਿੰਦਾ ਮੈਂ ਕਿੱਥੋਂ ਆਇਆ? ਤੇ ਜਿਹੜਾ ਹੁਣ ਆ ਗੁਰਦੁਆਰੇ ਦੇ ਕੋਲੋਂ ਨੇੜੇ ਆਇਆ, ਉਹ ਕਿੱਥੋਂ ਦੂਰੋਂ ਆਇਆ? ਉਹ ਕਿਵੇਂ ਕਹਿ ਦੂਏ ਪੰਗਤੀ? ਇਹ ਉਹ ਦੂਰ ਨਹੀਂ, ਇਹ ਉਹ ਦੂਰ ਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਇਹ ਆ ਦੂਰੀ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋ ਹਮ ਆਏ। ਕਿੱਥੋਂ ਆਏ ਅਸੀਂ? ਕੌਣ ਸਾਡੀ ਮਾਂ ਹੈ, ਕੌਣ ਪਿਓ? ਅਸੀਂ ਤਾਂ ਇਹਨਾਂ ਨੂੰ ਮੰਨੀ ਬੈਠੇ ਹਾਂ। ਤੇ ਪਿਛਲੇ ਜਨਮਾਂ ਦੇ ਜਿਹੜੇ ਸੀਗੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ ਹੋਏ। ਪਤਾ ਨਹੀਂ ਕਿੰਨਿਆਂ ਦੇ ਬਾਪ ਬਣਿਆ, ਕਿੰਨਿਆਂ ਦੇ ਬੇਟੇ ਬਣ ਕੇ ਇੱਥੇ ਆਏ ਆ। ਕਿਉਂਕਿ ਜਨਮ ਮੁੱਕਿਆ ਨਹੀਂ ਅਜੇ। ਇਹ ਆ ਫਿਰਨਾ। ਫਿਰ ਕੇ ਹੁਣ ਬਾਬਾ ਰਵਿਦਾਸ ਦਾ ਸ਼ਬਦ, ਬਹੁਤੇ ਫੇਰ ਪਏ ਕਿਰਪਨ ਕੋ। ਬੜੇ ਫੇਰੇ ਹੋ ਗਏ ਗੇੜੇ ਮਾਰਦਿਆਂ ਨੂੰ। ਮਹਾਰਾਜ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋਏ। ਬਹੁਤ ਜਨਮ ਵਿਛੋਰਾ ਆਹੀ ਹੈ ਫਿਰ ਟਰਨ। ਅਸੀਂ ਸੋਚਦੇ ਵੀ ਆਹੀ ਜਨਮ ਆਹੀ ਹੈ। ਇਹ ਅਗਰ ਜਿਹੜੇ ਇਸ ਵਾਲ ਮਾਤਾ ਪਿਤਾ ਨੇ, ਅਗਲੇ ਵਾਲੇ ਹੋਰ ਹੋਣੇ ਨੇ, ਬਦਲ ਜਾਣਾ ਹੈ। ਪਤਾ ਨਹੀਂ ਕਿੰਨਿਆਂ ਦੇ। ਕਹਿੰਦੇ ਫਿਰ ਕੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਬੜੇ ਜੁਗਾਂ 'ਚ ਫਿਰਿਆ। ਬੜੇ ਜੁਗ ਦਾ ਮਤਲਬ ਇਹ ਜੁਨੀਆਂ ਨੇ। ਮਾਨਸ ਦੇਹ ਲਈ, ਫਿਰ ਜਾ ਕੇ ਕਿਤੇ ਮਨੁੱਖਾ ਦੇਹੀ ਮਿਲੀ ਹੈ। ਇਹ ਐਵੇਂ ਨਹੀਂ ਮਿਲੀ ਹੈ, ਬੜੀ ਕਮਾਲ ਦੀ ਹੈ। ਉਹ ਪੜ੍ਹਦੇ ਨੇ, ਸ਼ੁਕਰ ਕਰਦੇ ਨੇ ਗੁਰੂ ਪਾਤਸ਼ਾਹ ਬਾਣੀ ਦੇ ਵਿੱਚ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੋ ਗਈ, ਪ੍ਰਾਪਤ ਹੋ ਗਈ। ਭਈ ਪ੍ਰਾਪਤ ਹੋਈ ਹੈ। ਇਹਦਾ ਮਤਲਬ ਪਹਿਲਾਂ ਹੋਰ ਵੀ ਦੇਹੀਆਂ ਮਿਲੀਆਂ ਨੇ, ਪਰ ਮਨੁੱਖ ਦੇ ਹੀ ਹੁਣ ਮਿਲੀ ਹੈ। ਫਿਰਤ ਬਹੁਤੇ ਜੁਗ ਹਾਰਿਓ। ਬੜੇ ਜੁਗ ਹਾਰ ਗਏ, ਫਿਰ ਜਾ ਕੇ ਦੇਹੀ ਮਿਲੀ। ਗੁਰੂ ਪਾਤਸ਼ਾਹ ਕਹਿੰਦੇ ਫੱਫਾ ਫਿਰਤ ਤੂੰ ਆਇਆ। ਦੁਰਲੱਭ ਦੇਹ, ਦੁਰਲੱਭ ਦੇਹ ਹੈ, ਬੜੀ ਕੀਮਤੀ ਹੈ ਦੇਹ। ਦੁਰਲੱਭ ਦੇਹ ਕਲਯੁਗ ਮੈਂ ਪਾਇਆ। ਇਹ ਕਲਯੁਗ ਦਾ ਇੱਥੇ ਅਰਥ
ਜੁਗਾਂ ਵਾਲਾ, ਸਮੇਂ ਵਾਲਾ ਨਹੀਂ। ਇਹ ਕਲਯੁਗ ਕੀ ਹੈ? ਕਲਯੁਗ ਸੰਸਾਰ ਨੂੰ ਥਕਿਆ ਹੈ। ਇਸ ਜੀਵਨ ਵਿੱਚ ਤੂੰ ਫਿਰ ਜਾ ਕੇ ਕਲਯੁਗ ਦੇ ਸੰਸਾਰ ਯੁੱਗ ਵਿੱਚ ਆਇਆ, ਇਸ ਸੰਸਾਰ ਵਿੱਚ ਆਇਆ। ਦੁਰਲੱਭ ਦੇਹੀ ਮਿਲ ਗਈ। ਦੇਹੀਆਂ ਪਹਿਲਾਂ ਵੀ ਮਿਲੀਆਂ ਸੀਗੀਆਂ, ਕੁੱਕਰਾਂ ਦੀ, ਸੂਕਰਾਂ ਦੀ, ਮਾਫੀ ਚਾਹਾਂਗਾ, ਸਾਰੀਆਂ ਮਿਲੀਆਂ ਨੇ। ਇਹ ਦੇਹੀ ਹੁੰਦੀ ਹੈ, ਹਰੇਕ ਦੀ ਦੇਹੀ ਹੈ। ਦੇਹੀ ਤਾਂ ਇੱਕ ਕੀੜੀ ਦੀ ਵੀ ਹੈ। ਔਰ ਰੱਬ ਜੀ ਨੇ ਹਰ ਦੇਹੀ ਦੇ ਵਿੱਚ, ਹਰ ਦੇਹੀ ਦੇ ਵਿੱਚ ਉਹਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ, ਪ੍ਰੋਟੈਕਸ਼ਨ ਕਰਨ ਦੇ ਲਈ ਤਾਕਤ ਦਿੱਤੀ ਹੋਈ ਹੈ। ਮੈਂ ਕਈ ਵਾਰ ਕਹਿੰਦਾ ਅੱਜ ਦੇਖੋ ਵੀ ਉਹ ਅਟੈਕ ਕਰ ਰਿਹਾ ਅਤੇ ਅੱਗੋਂ ਚੁੱਪ ਕਰਕੇ ਕਿਵੇਂ ਚਲੇ ਜਾਣ। ਗੁਰੂ ਪਾਤਸ਼ਾਹ ਨੇ ਇਹੀ ਗੱਲ ਦੱਸੀ ਸੀ ਵੀ ਜਿਹੜਾ ਅੱਗੇ ਆਵੇ ਫਿਰ ਉਹਨੂੰ ਮਿਲਣਾ ਹੀ ਹੈ ਨਾ। ਹੁਣ ਅਸੀਂ ਇਹ ਕਿਹਾ ਵੀ ਅਸੀਂ ਜੰਗ, ਅਸੀਂ ਕਦੋਂ ਚਾਹੁੰਦੇ ਹਾਂ? ਅਸੀਂ ਜੰਗ ਚਾਹੁੰਦੇ ਹਾਂ? ਅਸੀਂ ਜੰਗ ਨਹੀਂ ਚਾਹੁੰਦੇ। ਪਰ ਜੇ ਕੋਈ ਆ ਹੀ ਜਾਏ ਤਾਂ ਫਿਰ ਉਹਦਾ ਜਵਾਬ ਤਾਂ ਹੈ ਨਾ। ਇਹ ਇੱਕ ਨੁਕਤਾ ਹੈ। ਤੁਸੀਂ ਹੋਰ ਦੇਖੋ, ਤੁਸੀਂ ਘਰ 'ਚ ਰਹਿੰਦੇ ਹੋ ਨਾ, ਅਤੇ ਘਰ ਦੇ ਵਿੱਚ ਕਿਤੇ ਛਿਪਕਲੀ ਘਰ ਬਣਾ ਲਏ ਅਤੇ 3 ਜਾਣੇ ਸੋਟੀਆਂ ਚੱਕੀ, ਝਾੜੂ ਚੱਕੀ ਫਿਰਦੇ ਨੇ, ਕਦੇ ਇੱਧਰ ਜਾ ਵੜਦੀ, ਕਦੇ ਇੱਧਰ ਜਾ ਵੜਦੀ ਹੈ। ਜੇ ਕਿਤੇ ਚੂਹਾ ਘਰ ਬਣਾ ਲਏ, ਉਹ ਨਹੀਂ ਨਿਕਲਣ ਨੂੰ ਤਿਆਰ। ਨਿਕਲਦੇ ਆ, ਕਿੰਨੀ ਕੋਸ਼ਿਸ਼ ਕਰਦੇ ਆ। ਇਹ ਸੌਖੀਆਂ ਐਗਜ਼ਾਮਪਲਾਂ ਨੇ। ਅਸੀਂ ਕਹਿੰਦੇ ਵੀ ਇਹਨੂੰ ਇਹ ਮੇਰਾ ਘਰ ਹੈ। ਅਸੀਂ ਉਹ ਵੀ ਕਹਿੰਦੇ ਹੋਣੇ ਨੇ ਵੀ ਐਡਾ ਘਰ ਆ, ਤੈਂ ਦੱਸ ਗਈ ਉੱਥੇ ਖੂੰਜੇ 'ਚ ਕੁਛ ਪਾਉਣਾ, ਮੈਨੂੰ ਇੱਥੇ ਵੀ ਨਹੀਂ ਰਹਿਣ ਦਿੰਦਾ। ਐਂ ਆ, ਸੱਚ ਜਾਣੇ ਹੋ। ਪਰ ਅਸੀਂ ਕਹਿੰਦੇ ਨਹੀਂ, ਇਹ ਮੇਰਾ ਘਰ ਆ, ਤੂੰ ਇੱਥੇ, ਇਹ ਤਾਂ ਖਤਰਾ ਹੈ। ਤੋਂ ਖਤਰਾ ਹੀ ਹੁੰਦਾ, ਖਤਰਾ ਹੀ ਹੈ, ਹੋਰ ਕੁਛ ਨਹੀਂ ਹੈਗਾ। ਇਹ ਜਿਹੜੀ ਦੂਜਿਆਂ ਨਾਲ ਰਲ ਗਿਆ, ਯੂਰਪ ਨਾਲ ਰਲ ਜਾਣਾ, ਸਾਨੂੰ ਖਤਰਾ ਖੜਾ ਕਰੇਗਾ। ਖਤਰਾ ਹੈ ਤੋਂ ਬਸ ਜੀ ਤੋਂ ਖਤਰਾ ਹੋਵੇ ਕੀੜੀਆਂ ਦਾ। ਆ ਕੀੜੀਆਂ ਆ ਜਾਣ ਤੁਹਾਡੇ ਘਰਾਂ ਦੇ ਵਿੱਚ, ਜਿੱਥੇ ਖਾਣ ਪੀਣ ਦਾ ਸਮਾਨ ਹੋ ਜੇ। ਇਹ ਤਾਂ ਬੜੇ ਖਤਰਨਾਕ ਕੰਮ ਆ ਭਾਈ। ਬੜੀਆਂ ਤੰਗ। ਇੱਕ ਹੋਰ ਲਛਮਣ ਰੇਖਾ ਜੀ ਮਿਲਦੀ ਆ, ਫਿਰ ਉਹ ਕੀ ਕਰਦੇ ਨੇ, ਉੱਥੇ ਘੁਮਾ ਦਿੰਦੇ ਨੇ। ਘੁਮਾਉਂਦੇ ਕਿ ਨਹੀਂ ਵੀ ਇੱਧਰ ਨਹੀਂ ਐਂਟਰ ਹੋਣਾ ਤੁਸੀਂ। ਕੀੜੀਆਂ ਨਾਲ ਵੀ ਸਾਡੀ ਲੜਾਈ ਆ, ਮਾਫੀ ਚਾਹਾਂਗਾ। ਅਤੇ ਉਹ ਮਰਦੀਆਂ ਵੀ ਨੇ। ਹੋਰ ਕਿਤੋਂ ਫਿਰਦੀਆਂ ਫਿਰ ਕਿਤੋਂ ਦੀ ਰਾਹ ਕੱਢ ਕੇ ਫਿਰ ਐਂਟਰ ਕਰ ਜਾਂਦੀ ਵੀ ਤੂੰ ਜੋ ਮਰਜ਼ੀ ਜ਼ੋਰ ਲਾ ਲਓ। ਕਿਹਨੂੰ ਮਾਰੋਗੇ? ਫਿਰ ਕਿਵੇਂ ਪਛਾਣ ਕਰਾਂਗੇ? ਉੱਤਮ ਨੀਚ ਇੱਥੇ ਕੋਈ ਨਹੀਂ ਹੈਗਾ। ਸਭ ਉਹਦੀ ਹੁਕਮ ਦੇ ਵਿੱਚ ਹੋ ਰਿਹਾ ਸਾਰਾ ਕੁਝ। ਇਹ ਜੀਵਨ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਦੁਰਲੱਭ ਦੇ ਕਲਯੁਗ ਮੈਂ ਪਾਇਆ, ਫਿਰ ਇਹ ਅਵਸਰ ਚਾਹੇ ਚਰੇ ਨਾ ਹੱਥਾ। ਇਹ ਦੁਬਾਰਾ ਹੱਥ 'ਤੇ ਨਹੀਂ ਆਉਣਾ ਅਵਸਰ। ਇਹ ਸਮਾਂ, ਇਹ ਜ਼ਿੰਦਗੀ ਦੁਬਾਰਾ ਅਵਸਰ ਨਹੀਂ ਮਿਲਣਾ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘੱਟ ਭੀਤਰ ਤੂੰ ਦੇਖ ਵਿਚਾਰ। ਗੁਰੂ ਪਾਤਸ਼ਾਹ ਕਹਿੰਦੇ ਇਹ ਦੁਬਾਰਾ ਨਹੀਂ ਮਿਲਣਾ। ਫਿਰ ਇਸ ਕਰਕੇ ਨਾਮ ਜਪੋ ਤੋਂ ਕਟੀਏ ਫਾਸਾ। ਜੇ ਕਿਤੇ ਨਾਮ ਜਪੇਗਾ ਫਿਰ ਇੱਕ ਫਾਸੀ ਕੱਟਣੀ ਹੈ, ਜਿਹੜੀ ਆਉਣ ਜਾਣ 'ਚ ਬਣੀ ਹੋਈ ਆ। ਇਹ ਫਾਹੀ ਦੀ। ਅੱਗੇ ਕਹਿੰਦੇ ਫਿਰ ਆਵਣ ਜਾਣ ਨਾ ਹੋਈ। ਫਿਰ ਬਾਰ ਫਿਰ ਜਿਹੜਾ ਆਉਣਾ ਜਾਣਾ ਨਾ, ਵੀ ਬਹੁਤੇ ਫੇਰ ਭਏ ਕਿਰਪਣ ਕੋ, ਇਹ ਮੁੱਕ ਜਾਏਗਾ। ਫਿਰ ਇਹ ਮੁੱਕ ਜਾਣਾ ਕਦੋਂ? ਫਿਰ ਆਵਣ ਜਾਣ ਨਾ ਹੋਈ। ਏਕ ਜਪੋ ਜਪ ਸੋਈ। ਇੱਕ ਉਸ ਪਰਮੇਸ਼ਰ ਦਾ ਜਪ ਇਹੀ ਹੈ। ਜਪ ਦੀ ਰਜਾ 'ਚ ਇਹੀ ਜਪ ਹੈ ਵੀ ਗੁਰੂ ਪਾਤਸ਼ਾਹ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਇਹੀ ਜਪ ਹੈ ਵੀ ਭਾਈ ਜੋ ਹੋ ਰਿਹਾ ਉਹਦੀ ਰਜਾ 'ਚ ਹੋ ਰਿਹਾ। ਇਹ ਜਪ ਹੈ, ਉਹਨੂੰ ਯਾਦ ਕਰਨਾ, ਉਹਦੀ ਰਜਾ 'ਚ ਰਹਿਣਾ। ਅਤੇ ਗੁਰੂ ਪਾਤਸ਼ਾਹ ਕਹਿੰਦੇ ਕਰੋ ਕਿਰਪਾ ਪ੍ਰਭ ਕਰਨੇ ਹਾਰੇ, ਮੇਲ ਲਿਹੋ ਨਾਨਕ ਦੁਆਰੇ। ਗੁਰੂ ਪਾਤਸ਼ਾਹ ਕਹਿੰਦੇ ਤੇਰੇ ਚਰਨਾਂ ਵਿੱਚ ਆਇਆ, ਕਰੋ ਕਿਰਪਾ, ਤੂੰ ਮਿਲਾ ਲੈ। ਆਪਣੀ ਸੋਚ ਨਾਲ ਜੋੜ ਲੈ, ਆਪਣੇ ਵਿਚਾਰਾਂ ਨਾਲ ਜੋੜ ਲੈ, ਆਪਣੀ ਬਾਣੀ ਨਾਲ ਜੋੜ ਲੈ, ਆਪਣੀ ਨਾਮ ਨਾਲ ਜੋੜ ਲੈ। ਮੈਂ ਬੜੇ ਚਿਰ ਤੋਂ ਭਟਕਦਾ ਫਿਰਦਾ। ਜਦੋਂ ਬੰਦਾ ਗੁਰੂ ਦੇ ਸ਼ਬਦ ਤੋਂ, ਗੁਰੂ ਦੇ ਉਪਦੇਸ਼ ਤੋਂ ਪਰੇ ਹੋ ਜਾਂਦਾ, ਫਿਰ ਕੀ ਆ? ਫਿਰ ਇਹ ਤੜਫਦਾ ਹੈ। ਉਹਦੀ ਗੱਲ ਕਰਦੇ ਨੇ ਫਿਰਤ। ਮਹਾਰਾਜ ਕਹਿੰਦੇ ਬਹੁਤੇ ਜੁਗ ਹਾਰਿਓ, ਫਿਰ ਕੇ ਬਾਰ ਹੈ। ਫੱਫਾ ਫਿਰਤ ਤੂੰ ਆਇਆ। ਫਿਰ ਕੇ ਫਿਰ ਆਇਆ। ਹੁਣ ਗੁਰੂ ਦੀ ਸ਼ਰਨ 'ਚ ਆਇਆ, ਤੇਰੀ ਸ਼ਰਨ ਵਿੱਚ ਆਇਆ, ਤੂੰ ਆਪਣੀ ਮੱਤ ਬਖਸ਼ਿਸ਼ ਕਰ। ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ। ਨਾਨਕ ਕੀ ਪ੍ਰਭ ਬੇਨਤੀ। ਬੜਾ ਚਿਰ ਹੋ ਗਿਆ, ਕਿਰਪਾ ਕਰਦੇ, ਬਹੁਤ ਟਾਈਮ ਹੋ ਗਿਆ। ਬਹੁਤੇ ਫੇਰ ਪਾਏ ਕਿਰਪਨ ਕੋ, ਬਹੁਤੇ ਫੇਰ ਪਾਏ ਕਿਰਪਨ ਕੋ, ਬਹੁਤੇ